Welcome students and I welcome you again in this channel of economics। ਅੱਜ ਆਪਾਂ ਆਪਣੇ ਲੈਕਚਰ ਦੇ ਵਿੱਚ ਉਹੀ ਗੱਲ ਕਰਨ ਜਾ ਰਹੇ ਹਾਂ ਜੋ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਕੀਤੀ ਸੀ। ਪਿਛਲੇ ਲੈਕਚਰ ਦੇ ਵਿੱਚ ਆਪਾਂ ਅਰਥ ਸ਼ਾਸਤਰ ਦੀਆਂ ਦੋ ਪਰਿਭਾਸ਼ਾਵਾਂ ਦੀ ਗੱਲ ਕੀਤੀ ਸੀ ਜੋ ਕਿ ਸੀ ਐਡਮ ਸਮਿਥ ਦੀ ਧਨ ਸੰਬੰਧੀ ਪਰਿਭਾਸ਼ਾ, ਸਾਲ ਸੀ 1776 ਤੇ ਉਹਨਾਂ ਦੀ ਕਿਤਾਬ ਦਾ ਨਾਮ ਸੀ ਐਨ ਇਨਕੁਆਇਰੀ ਇਨਟੂ ਦ ਨੇਚਰ ਐਂਡ ਕਾਜ਼ਸ ਆਫ ਵੈਲਥ ਆਫ ਨੇਸ਼ਨਸ, ਜਿੰਦੇ ਵਿੱਚ ਉਹਨਾਂ ਨੇ ਆਪਣੀ ਧਨ ਸੰਬੰਧੀ ਪਰਿਭਾਸ਼ਾ ਜਿਹੜੀ ਹੈ ਉਹ ਦਿੱਤੀ ਸੀ। दूसरी ਆਪਾਂ परिभाषा की एल्फ्रेड मार्शल ਦੀ, साल ਸੀ 1890, किताब ਦਾ ਨਾਮ ਸੀ प्रिंसिपल्स ऑफ इकोनॉमिक्स, जिंदे ਵਿੱਚ ਉਹਨਾਂ ਨੇ ਆਪਣੀ ਭੌਤਿਕ ਕਲਿਆਣ ਸੰਬੰਧੀ परिभाषा ਜਿਹੜੀ ਹੈ ਉਹ ਦਿੱਤੀ। पर दोनों परिभाषावां ਦੀ ਆਪਾਂ कई ਗੱਲਾਂ ਤੇ ਜਾ ਕੇ ਆਲੋਚਨਾ ਕੀਤੀ। ਤਾਂ ਆਲੋਚਨਾ ਤੋਂ ਬਾਅਦ ਕੀ ਹੋਏਗਾ, ਜਦੋਂ ਕਿਸੇ ਵੀ परिभाषा ਦੀ ਆਲੋਚਨਾ ਹੁੰਦੀ ਹੈ ਉਸ ਤੋਂ ਬਾਅਦ ਇੱਕ ਨਵੀਂ परिभाषा ਜਿਹੜੀ ਹੈ ਉਹ ਜ਼ਰੂਰ ਦਿੱਤੀ ਜਾਂਦੀ ਹੈ। ਤਾਂ ਇਹਨਾਂ ਦੋ परिभाषावां ਤੋਂ ਬਾਅਦ ਅਰਥ ਸ਼ਾਸਤਰ ਦੀ ਤੀਜੀ परिभाषा ਜਿਹੜੀ ਹੈ ਉਹ ਦਿੱਤੀ ਗਈ, ਜਿਹਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ। ਤਾਂ ਅਰਥ ਸ਼ਾਸਤਰ ਦੀ ਤੀਜੀ परिभाषा ਜਿਹੜੀ ਹੈ ਉਹ ਦਿੱਤੀ ਸੀ लॉर्ड रॉबिन्स ने। लॉर्ड रॉबिन्स ने 1932 ਦੇ ਵਿੱਚ ਆਪਣੀ ਕਿਤਾਬ ਲਿਖੀ। ਤਾਂ ਇੱਕ ਨੰਬਰ ਦਾ ਪ੍ਰਸ਼ਨ ਹੋਰ ਆ ਗਿਆ ਵੀ ਲॉर्ड ਰॉबिन्स ਦੀ ਕਿਤਾਬ ਕਿਹੜੇ ਸਾਲ ਦੇ ਵਿੱਚ ਛਪੀ ਸੀ? 1932 ਦੇ ਵਿੱਚ। ਹੁਣ ਉਸ ਕਿਤਾਬ ਦਾ ਨਾਮ ਸੀ ਐਨ ਐਸੇ ਔਨ ਦ ਨੇਚਰ and significance of economic science। ठीक है जी, किताब का नाम जरूर याद रखना, an essay on the nature and significance of economic science। ਤਾਂ ਇਸ ਆਪਣੀ ਕਿਤਾਬ ਦੇ ਵਿੱਚ ਲॉर्ड ਰॉबिन्स ਨੇ ਅਰਥ ਸ਼ਾਸਤਰ ਦੀ ਇੱਕ ਨਵੀਂ ਪਰਿਭਾਸ਼ਾ ਦਿੱਤੀ, ਜਿਹਨੂੰ ਨਾਮ ਦਿੱਤਾ ਜਾਂਦਾ ਹੈ ਦੁਰਲਭਤਾ ਸੰਬੰਧੀ परिभाषा। ਤਾਂ ਦੁਰਲਭਤਾ ਸੰਬੰਧੀ परिभाषा ਜਿਵੇਂ ਕਿ ਐਡਮ ਸਮਿਥ ਦੀ ਧਨ ਸੰਬੰਧੀ परिभाषा, ਮਾਰਸ਼ਲ ਦੀ ਭੌਤਿਕ ਕਲਿਆਣ ਸੰਬੰਧੀ परिभाषा, ਇਸੇ ਤਰ੍ਹਾਂ ਹੀ लॉर्ड रॉबिन्स ਦੀ ਦੁਰਲਭਤਾ ਸੰਬੰਧੀ परिभाषा। ਹੁਣ ਅਗਰ ਆਪਾਂ ਇਹ परिभाषा ਸਮਝਣਾ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਆਪਾਂ ਨੂੰ ਪਹਿਲਾਂ ਇਹ ਜ਼ਰੂਰੀ ਹੈ ਕਿ ਆਪਾਂ ਇਹ ਪਤਾ ਕਰੀਏ ਕਿ ਦੁਰਲਭਤਾ ਤੋਂ ਆਪਣਾ ਮਤਲਬ ਕੀ ਹੁੰਦਾ ਹੈ। ਅਗਰ ਆਪਾਂ ਸੋਚਣ ਵਾਲੀ ਗੱਲ ਦੇਖੀਏ ਤਾਂ ਇਹ ਵਰਡ ਜਿਹੜਾ ਹੈ ਉਹ ਹਿੰਦੀ ਤੋਂ ਲਿਆ ਗਿਆ ਹੈ, ਜਿਹਦਾ ਮਤਲਬ ਹੈ ਦੁਰਲਭ। ਦੁਰ मतलब मुश्किल नाल, लब मतलब लभना। ਜਿਹੜੀ ਚੀਜ਼ ਆਪਾਂ ਨੂੰ ਮੁਸ਼ਕਿਲ ਨਾਲ ਲੱਭਦੀ ਹੈ ਉਹਨੂੰ ਆਪਾਂ ਕੀ ਕਹਾਂਗੇ, ਉਹ ਚੀਜ਼ ਕੀ ਹੈ? ਦੁਰਲਭ ਹੈ। ਹੁਣ ਕੋਈ ਵੀ ਚੀਜ਼ ਆਪਾਂ ਨੂੰ ਮੁਸ਼ਕਿਲ ਨਾਲ ਕਦੋਂ ਲੱਭੇਗੀ? ਜਦੋਂ ਆਪਾਂ ਨੂੰ ਉਹ ਚਾਹੀਦੀ ਜ਼ਿਆਦਾ ਹੈ ਪਰ ਬਾਜ਼ਾਰ ਦੇ ਵਿੱਚ ਉਹ ਘੱਟ ਪਈ ਹੈ, ਤਾਂ ਉਹਨੂੰ ਆਪਾਂ ਕੀ ਕਹਾਂਗੇ? ਉਹ ਚੀਜ਼ ਕੀ ਹੋਗੀ? ਦੁਰਲਭ ਹੋਗੀ। ਕਿਉਂਕਿ ਜੇਕਰ ਇਹਦਾ ਉਲਟਾ ਹੁੰਦਾ ਵੀ ਚੀਜ਼ ਜਿਹੜੀ ਹੈ ਉਹ ਬਹੁਤ ਪਈ ਹੈ, ਆਪਾਂ ਨੂੰ ਲੋੜ ਘੱਟ ਹੈ, ਤਾਂ ਆਪਾਂ ਕਿਉਂ ਕਹਾਂਗੇ ਵੀ ਉਹ ਚੀਜ਼ ਆਪਾਂ ਨੂੰ ਮੁਸ਼ਕਿਲ ਨਾਲ ਮਿਲਦੀ ਹੈ? ਆਪਾਂ ਕਹਾਂਗੇ ਇਹ ਚੀਜ਼ ਤਾਂ ਆਪਾਂ ਨੂੰ ਆਰਾਮ ਨਾਲ ਮਿਲ ਜਾਂਦੀ ਹੈ। ਤਾਂ ਦੁਰਲਭਤਾ ਦਾ ਮਤਲਬ ਕੀ ਹੋਇਆ? ਆਪਾਂ ਨੂੰ ਲੋੜ ਜਿਹੜੀ ਹੈ ਉਹ ਜ਼ਿਆਦਾ ਹੈ ਪਰ ਉਹ ਚੀਜ਼ ਉਨੀ ਮੌਜੂਦ ਨਹੀਂ ਹੈ। मतलब दुर्लभता की होएगी ਜਦੋਂ ਕਿਸੇ ਵੀ ਚੀਜ਼ ਦੀ ਮੰਗ ਜਿਹੜੀ ਹੈ ਉਹਦੀ ਪੂਰਤੀ ਨਾਲੋਂ ਜ਼ਿਆਦਾ ਹੋਏਗੀ। ਮੰਗ ਕੀ ਹੋਇਆ? ਜਿੰਨੀ ਆਪਾਂ ਨੂੰ ਲੋੜ ਹੈ। ਪੂਰਤੀ ਕੀ ਹੋਇਆ? ਵੀ ਜਿੰਨੀ ਚੀਜ਼ ਉਹ ਬਾਜ਼ਾਰ ਦੇ ਵਿੱਚ ਮੌਜੂਦ ਹੈ। ਤਾਂ ਉਹਨਾਂ ਨੇ ਇਸੇ ਚੀਜ਼ ਨੂੰ ਹੀ ਕੀ ਕੀਤਾ? ਆਪਣੀ परिभाषा ਦਾ ਆਧਾਰ ਬਣਾਇਆ। ਹੁਣ ਲॉर्ड ਰॉबिन्स ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਐਡਮ ਸਮਿਥ ਤੇ ਮਾਰਸ਼ਲ ਇਹ ਦੋਨੋਂ ਅਰਥ ਸ਼ਾਸਤਰ ਦੇ ਜਨਮ ਹੋਣ ਦਾ, ਅਰਥ ਸ਼ਾਸਤਰ ਇੱਕ ਵਿਸ਼ੇ ਦੇ ਤੌਰ ਤੇ ਕਿਵੇਂ ਆਇਆ ਉਹਦਾ ਬੇਸ ਹੀ ਭੁੱਲ ਗਏ। ਮਤਲਬ ਜਿਹੜੀ ਚੀਜ਼ ਵਾਸਤੇ ਅਰਥ ਸ਼ਾਸਤਰ ਨੂੰ ਇੱਕ ਵਿਸ਼ੇ ਦੇ ਤੌਰ ਤੇ ਵਿਕਸਿਤ ਕੀਤਾ ਗਿਆ ਸੀ, ਉਹ ਇਸ ਵਿਸ਼ੇ ਦੇ ਵਿਕਸਿਤ ਹੋਣ ਦੇ ਪਿੱਛੇ ਜਿਹੜਾ ਕਾਰਨ ਸੀ ਉਹ ਕਾਰਨ ਨੂੰ ਹੀ ਇਹਨਾਂ ਦੋਹਾਂ ਨੇ ਆਪਣੀ परिभाषा ਦੇ ਵਿੱਚ ਨਹੀਂ ਲਿਆ। ਹੁਣ ਐਡਮ ਸਮਿਥ ਤੇ ਮਾਰਸ਼ਲ ਨੇ ਜੋ ਗਲਤੀ ਕੀਤੀ, ਰॉबिन्स ਨੇ ਉਹਦਾ ਥੋੜਾ ਸੁਧਾਰ ਕੀਤਾ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਅਰਥ ਸ਼ਾਸਤਰ ਦੇ ਵਿੱਚ ਆਪਾਂ ਮੇਨ ਚਾਰ ਚੀਜ਼ਾਂ ਜਿਹੜੀਆਂ ਨੇ ਉਹਨੂੰ ਆਪਾਂ ਪੜ੍ਹਨਾ ਹੈ। ਹੁਣ ਜਿਹੜੀਆਂ ਇਹ ਚਾਰ ਚੀਜ਼ਾਂ ਮੈਂ ਤੇ ਲਿਖਣ ਜਾ ਰਿਹਾ
ਇਹ ਆਪਾਂ ਆਪਣੇ ਪਹਿਲੇ ਲੈਕਚਰ ਦੇ ਵਿੱਚ ਵੇਖ ਚੁੱਕੇ ਹਾਂ ਜਦੋਂ ਆਪਾਂ ਅਰਥ ਸ਼ਾਸਤਰ ਦਾ ਮੀਨਿੰਗ ਕੀਤਾ ਸੀ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਵੀ ਜਿਹੜੀਆਂ ਵੀ ਆਪਣੀਆਂ ਜ਼ਰੂਰਤਾਂ ਨੇ, ਜਿਹੜੀਆਂ ਆਪਣੀਆਂ ਲੋੜਾਂ ਨੇ, ਉਹ ਕੀ ਹੁੰਦੀਆਂ? ਉਹ ਅਸੀਮਿਤ ਹੁੰਦੀਆਂ। ਜ਼ਰੂਰਤਾਂ ਜਿਹੜੀਆਂ ਨੇ ਉਹ ਕਦੇ ਵੀ ਪੂਰੀਆਂ ਹੋਣ ਵਾਲੀਆਂ ਨਹੀਂ ਹੈਗੀਆਂ। ਮਤਲਬ ਜ਼ਰੂਰਤਾਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਉਹ ਕਦੇ ਖਤਮ ਹੀ ਨਹੀਂ ਹੋ ਸਕਦੀਆਂ। ਜਿਵੇਂ ਹੀ ਆਪਾਂ ਆਪਣੀ ਇੱਕ ਜ਼ਰੂਰਤ ਪੂਰੀ ਕਰਾਂਗੇ, ਨਾਲ ਦੇ ਨਾਲ ਕੀ ਹੋਊਗਾ? ਅਗਲੀ ਜ਼ਰੂਰਤ ਆ ਜਾਏਗੀ, ਉਹਨੂੰ ਪੂਰੀ ਕਰਾਂਗੇ ਤਾਂ ਅਗਲੀ ਜ਼ਰੂਰਤ ਆ ਜਾਏਗੀ। ਤਾਂ ਜ਼ਰੂਰਤਾਂ ਕੀ ਨੇ? ਅਸੀਮਿਤ ਨੇ। ਪਰ ਜਿਹੜੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਆਪਣੇ ਕੋਲ ਸਾਧਨ ਹੁੰਦੇ ਨੇ, ਉਹ ਕੀ ਹੁੰਦੇ ਆ? ਉਹ ਸੀਮਿਤ ਹੁੰਦੇ ਆ। ਮਤਲਬ ਆਪਣੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਆਪਾਂ ਆਪਣੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਲਈਏ। ਹੁਣ ਕੀ ਹੋਇਆ? ਜ਼ਰੂਰਤਾਂ ਜਿਹੜੀਆਂ ਨੇ ਉਹ ਕੀ ਹੋ ਗਈਆਂ? ਅਸੀਮਿਤ ਹੋ ਗਈਆਂ। ਸਾਧਨ ਕੀ ਹੋ ਗਏ? ਸੀਮਿਤ ਹੋ ਗਏ। ਮਤਲਬ ਆਮ ਜ਼ਿੰਦਗੀ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਜਿਹੜੇ ਸਾਧਨ ਨੇ ਉਹ ਕੀ ਹੁੰਦੇ ਨੇ? ਦੁਰਲਭ ਹੁੰਦੇ ਨੇ। ਮਤਲਬ ਸਾਧਨਾਂ ਦੀ ਯਾਨੀ ਕਿ ਪੈਸੇ ਦੀ ਮੰਗ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਮਤਲਬ ਆਪਾਂ ਨੂੰ ਪੈਸਾ ਬਹੁਤ ਚਾਹੀਦਾ ਹੁੰਦਾ ਹੈ ਪਰ ਉਹਨਾਂ ਪੈਸਾ ਆਪਣੇ ਕੋਲ ਮੌਜੂਦ ਨਹੀਂ ਹੁੰਦਾ। ਹੁਣ ਕੀ ਹੋਊਗਾ? ਉਹ ਕਹਿੰਦੇ ਇੱਕ ਤਾਂ ਆਪਣੀਆਂ ਜ਼ਰੂਰਤਾਂ ਅਸੀਮਿਤ ਨੇ, ਸਾਧਨ ਜਿਹੜੇ ਨੇ ਉਹ ਸੀਮਿਤ ਨੇ। ਤੀਜਾ ਕੀ ਹੋਊਗਾ? ਜਿਹੜੇ ਸਾਧਨ ਨੇ ਉਹਨਾਂ ਦੇ ਕੀ ਨੇ? ਵਿਕਲਪਿਕ ਪ੍ਰਯੋਗ ਨੇ। ਇਹ ਵੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਹੜੇ ਸਾਧਨ ਨੇ ਉਹਨਾਂ ਨੂੰ ਆਪਾਂ ਕਈ ਤਰੀਕੇ ਨਾਲ ਵਰਤ ਸਕਦੇ ਹਾਂ। ਯਾਨੀ ਜਿਹੜੇ ਆਪਣੇ ਕੋਲ ਸਾਧਨ ਨੇ, ਆਪਣੇ ਕੋਲ ਚੋਇਸ ਹੋਊਗੀ, ਆਪਣੇ ਕੋਲ ਇਹ ਆਪਸ਼ਨ ਹੋਊਗਾ ਕਿ ਆਪਾਂ ਉਹ ਪੈਸਿਆਂ ਨੂੰ ਕਈ ਤਰੀਕੇ ਨਾਲ ਵਰਤ ਸਕੀਏ। ਜਿਵੇਂ ਆਪਾਂ ਦੇ ਪਹਿਲੇ ਲੈਕਚਰ 'ਚ ਐਗਜ਼ਾਮਪਲ ਲਈ ਸੀ ਵੀ ਜੇਕਰ ਆਪਣੇ ਕੋਲ 100 ਰੁਪਏ ਨੇ ਤਾਂ ਹੁਣ 100 ਰੁਪਏ ਕੀ ਨੇ? ਸੀਮਿਤ ਨੇ। ਜ਼ਰੂਰਤਾਂ ਕੀ ਨੇ? ਅਸੀਮਿਤ ਨੇ। ਮਤਲਬ ਆਪਾਂ 100 ਰੁਪਏ ਨਾਲ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ। ਫਿਰ ਆਪਾਂ ਨੂੰ ਕੀ ਹੋਊਗਾ? ਜਿਹੜੇ 100 ਰੁਪਏ ਨੇ ਉਹਨਾਂ ਦੇ ਵਿਕਲਪਿਕ ਪ੍ਰਯੋਗ ਨੇ। ਮਤਲਬ 100 ਰੁਪਏ ਨੂੰ ਆਪਾਂ ਕਈ ਤਰੀਕੇ ਨਾਲ ਵਰਤ ਸਕਦੇ ਹਾਂ। ਮਤਲਬ 100 ਰੁਪਏ ਨਾਲ ਆਪਾਂ ਜਿਹੜਾ ਕਾਪੀ ਖਰੀਦ ਸਕਦੇ ਹਾਂ, ਕਿਤਾਬ ਖਰੀਦ ਸਕਦੇ ਹਾਂ, ਰੋਟੀ ਖਾ ਸਕਦੇ ਹਾਂ। ਆਪਣੇ ਕੋਲ ਬੜੇ ਸਾਰੇ ਆਪਸ਼ਨਸ ਹੈਗੇ ਨੇ। ਹੁਣ ਕੀ ਕਰਨਾ ਪਏਗਾ? ਹੁਣ ਆਪਣੇ ਸਾਹਮਣੇ ਕੀ ਆਏਗੀ? ਚੋਣ ਦੀ ਸਮੱਸਿਆ ਜਿਹੜੀ ਹੈ ਉਹ ਆਉਣ ਵਾਲੀ ਹੈ। ਤਾਂ ਅਰਥ ਸ਼ਾਸਤਰ ਕੀ ਕਰਦਾ ਹੈ? ਰੌਡ ਰੌਬਿਨਸ ਦੇ ਮੁਤਾਬਿਕ ਉਹ ਕਹਿੰਦੇ ਅਰਥ ਸ਼ਾਸਤਰ ਜਿਹੜਾ ਹੈ ਇਸ ਚੋਣ ਦੀ ਸਮੱਸਿਆ ਦਾ ਅਧਿਐਨ ਕਰਦਾ ਹੈ। ਤਾਂ ਉਹਨਾਂ ਨੇ ਆਪਣੀ ਦੁਰਲਭਤਾ ਸੰਬੰਧੀ ਪਰਿਭਾਸ਼ਾ ਦੇ ਵਿੱਚ ਕੀ ਕਿਹਾ? ਉਹ ਕਹਿੰਦੇ ਹੈ ਜ਼ਰੂਰਤਾਂ ਜਿਹੜੀਆਂ ਨੇ ਅਸੀਮਿਤ ਨੇ, ਸਾਧਨ ਜਿਹੜੇ ਨੇ ਸੀਮਿਤ ਨੇ। ਜਿਹੜੇ ਸਾਧਨ ਨੇ ਉਹਨਾਂ ਨੂੰ ਤੁਸੀਂ ਕਈ ਤਰੀਕੇ ਨਾਲ ਵਰਤ ਸਕਦੇ ਹੋ। ਤਾਂ ਕੀ ਹੋਊਗਾ? ਤੁਹਾਡੇ ਸਾਹਮਣੇ ਚੋਣ ਦੀ ਸਮੱਸਿਆ ਆਏਗੀ। ਹੁਣ ਤੁਹਾਨੂੰ ਚੁਣਾਵ ਕਰਨਾ ਪਏਗਾ ਵੀ ਜਿਹੜੇ ਤੁਹਾਡੇ ਕੋਲ ਸੀਮਿਤ ਸਾਧਨ ਨੇ ਜਿਨ੍ਹਾਂ ਨੂੰ ਤੁਸੀਂ ਕਈ ਤਰੀਕੇ ਨਾਲ ਵਰਤ ਸਕਦੇ ਹੋ, ਤੁਸੀਂ ਉਹਨੂੰ ਕਿਹੜੇ ਕੰਮ ਦੇ ਵਿੱਚ ਲਾਉਣਾ ਹੈ। ਕਿਉਂਕਿ ਜੇ ਤੁਸੀਂ ਉਹਨੂੰ ਇੱਕ ਕੰਮ 'ਚ ਲਾਓਗੇ ਤਾਂ ਦੂਜੇ ਕੰਮਾਂ 'ਚ ਉਹਨੂੰ ਛੱਡਣਾ ਪਊਗਾ। ਤਾਂ ਹੁਣ ਤੁਹਾਨੂੰ ਚੋਣ ਕਰਨੀ ਪਏਗੀ। ਜਿਹੜਾ ਅਰਥ ਸ਼ਾਸਤਰ ਹੈ ਉਹ ਕੀ ਕਰਦਾ ਹੈ? ਉਹ ਐਸੇ ਚੋਣ ਦੀ ਸਮੱਸਿਆ ਦਾ ਹੀ ਅਧਿਐਨ ਕਰਦਾ ਹੈ। ਤਾਂ ਅਰਥ ਸ਼ਾਸਤਰ ਇੱਕ ਅਜਿਹਾ ਵਿਸ਼ਾ ਹੈ ਜਿੰਦੇ ਵਿੱਚ ਉਹ ਸਾਰੀਆਂ ਚੀਜ਼ਾਂ ਆਉਣਗੀਆਂ ਜਿਹੜੀਆਂ ਕੀ ਹੋਣਗੀਆਂ? ਦੁਰਲਭ ਹੋਣਗੀਆਂ। ਕਿਉਂ? ਕਿਉਂਕਿ ਜੇ ਚੀਜ਼ਾਂ ਦੁਰਲਭ ਨਾ ਹੋਣ ਤਾਂ ਕੀ ਹੋਊਗਾ? ਤਾਂ ਆਪਾਂ ਨੂੰ ਇੱਥੇ ਕੀ ਕਰਨਾ ਪਏਗਾ? ਚੋਣ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਏਗਾ। ਸਪੋਜ਼ ਕਰੋ ਵੀ ਆਪਣੇ ਕੋਲ ਪੈਸਾ ਅਸੀਮਿਤ ਪੈਸਾ ਹੈ, ਬਹੁਤ ਪੈਸਾ ਮੌਜੂਦ ਹੈ, ਆਪਣੀਆਂ ਜ਼ਰੂਰਤਾਂ ਦੇ ਮੁਤਾਬਿਕ ਕੁਝ ਵੀ ਨਹੀਂ ਹੈਗੀਆਂ। ਤਾਂ ਆਪਾਂ ਨੂੰ ਬਜਟ ਨਹੀਂ ਬਣਾਉਣਾ ਪਏਗਾ। ਆਪਾਂ ਨੂੰ ਖਰਚਾ ਕਰਨ ਤੋਂ ਪਹਿਲਾਂ ਨਹੀਂ ਸੋਚਣਾ ਪਏਗਾ। ਆਪਾਂ ਕੁਝ ਮਰਜ਼ੀ ਕਰ ਸਕਦੇ ਹਾਂ। ਤਾਂ ਆਪਾਂ ਨੂੰ ਚੋਣ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਏਗਾ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਚੋਣ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਹ ਚੀਜ਼ਾਂ ਅਰਥ ਸ਼ਾਸਤਰ ਤੋਂ ਬਾਹਰ ਨੇ। ਅਰਥ ਸ਼ਾਸਤਰ 'ਚ ਕਿਹੜੀਆਂ ਚੀਜ਼ਾਂ ਆਉਣਗੀਆਂ? ਸਿਰਫ ਉਹ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਦੁਰਲਭਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਮਤਲਬ ਉਹ ਕਹਿੰਦੇ ਵੀ ਚੋਣ ਦੀ ਸਮੱਸਿਆ ਕਦੋਂ ਆਏਗੀ? ਜਦੋਂ ਚੀਜ਼ਾਂ ਦੁਰਲਭ ਹੋਣਗੀਆਂ, ਜਦੋਂ ਚੀਜ਼ਾਂ ਘੱਟ ਹੋਣਗੀਆਂ, ਉਦੋਂ ਹੀ ਸਮੱਸਿਆ ਜਿਹੜੀ ਹੈ ਉਹ ਆਉਣ ਵਾਲੀ ਹੈ। ਤਾਂ ਇਸ ਤਰ੍ਹਾਂ ਲਾਰਡ ਰੌਬਿਨਸ ਨੇ ਆਪਣੀ ਦੁਰਲਭਤਾ ਸੰਬੰਧੀ ਪਰਿਭਾਸ਼ਾ ਜਿਹੜੀ ਹੈ ਉਹ ਦਿੱਤੀ। ਤਾਂ ਹੁਣ ਆਪਾਂ ਇਸ ਪਰਿਭਾਸ਼ਾ ਦੀ ਵੀ ਆਲੋਚਨਾ ਕਰਾਂਗੇ। ਇਹਦੀ ਆਲੋਚਨਾ ਵੀ ਆਪਾਂ ਕਈ ਆਧਾਰਾਂ ਤੇ ਕਰ ਸਕਦੇ ਹਾਂ। ਪਹਿਲੀ ਗੱਲ ਇਹ ਕਹਿੰਦੇ ਹੈ ਵੀ ਜਿਹੜੀ ਸਮੱਸਿਆ ਆਉਂਦੀ ਹੈ ਉਹ ਕਿਸ ਕਰਕੇ ਆਉਂਦੀ ਹੈ? ਉਹ ਆਉਂਦੀ ਹੈ ਜਦੋਂ ਚੀਜ਼ਾਂ ਕੀ ਹੁੰਦੀਆਂ ਨੇ? ਦੁਰਲਭ ਹੁੰਦੀਆਂ ਨੇ। ਚੀਜ਼ਾਂ ਕੀ ਹੁੰਦੀਆਂ ਨੇ? ਘੱਟ ਹੁੰਦੀਆਂ ਨੇ। ਜ਼ਰੂਰੀ ਨਹੀਂ ਹੈਗਾ
कई बारी समस्या जिहड़ी है वो इस करके भी आ जाती है क्योंकि चीज़ां जिहड़ियां ने वो जरूरत तो ज़्यादा हो जांदियां ने। जिवें कि अगर आपां कहिए कि महंगाई अगर जरूरत तो ज़्यादा है तां समस्या है, बेरोजगारी जरूरत तो ज़्यादा है तां समस्या है, जनसंख्या जरूरत तो ज़्यादा है तां समस्या है, गरीबी अगर जरूरत तो ज़्यादा है तां समस्या है। तां ये कहना भी जिहड़ी समस्या आंदी है वो चीज़ां दे दुर्लभ होण करके आउंदी है, चीज़ां दे घट होण करके आउंदी है। इत्थे आके लॉर्ड रॉबिन्स जिहड़े ने वो गलत हो जाते ने। कई समस्यावां चीज़ां दे ज़्यादा होण करके भी जिहड़ियां ने वो आ जांदियां ने। दूजी गल ये कहंदे है भी अर्थशास्त्र की करेगा उस चोण दी जिहड़ी समस्या है। हुण चोण की समस्या क्यों आएगी जदों साधन की होणगे सीमित होणगे, जरूरतां असीमित होणगियां, जिहड़े साधन ने उन्हां आपां कई तरीके नाल वरत सकांगे। तां इह कहंदे जी चोण की समस्या आएगी तां अर्थशास्त्र उस चोण की समस्या दा अध्ययन करेगा। मतलब अर्थशास्त्र ने की करना है सिर्फ ते सिर्फ उस चोण की समस्या नूं स्टडी करना है। पर जिहड़े इहदे आलोचक ने वो कहंदे भी जो गल रॉबिन्स कह रहे ने इह तां सारिआं नूं पता है, सारिआं नूं पता है कि साडे कोल साधन घट हुंदे आ, साडीआं जरूरतां ज़्यादा हुंदियां ने, जिहड़े साधन ने उन्हां दे विकल्पिक प्रयोग ने, सारिआं नूं पता है सानूं चोण दी समस्या आऊगी। एक्चुअली इन्हां नूं करना की चाहीदा सी, इन्हां नूं इह दसना चाहीदा सी भी जिहड़ा अर्थशास्त्र है उस चोण दी समस्या नूं हल किवें करेगा। इन्हां ने उन्हां दा कोई भी हल जिहड़ा है वो नहीं दस्सिया, जिस करके आपां इन्हां दी परिभाषा दी आलोचना जिहड़ी है वो कर सकदे हां। तां लॉर्ड रॉबिन्स 1932 ਦੇ ਵਿੱਚ ਆਪਣੀ ਕਿਤਾਬ ਲਿਖੀ ਐਨ ਐਸੇ ਔਨ ਦ ਨੇਚਰ ਐਂਡ ਸਿਗਨੀਫੀਕੈਂਸ ਆਫ ਇਕਨੋਮਿਕ ਸਾਇੰਸ। ਦੁਰਲਭਤਾ ਸੰਬੰਧੀ ਪਰਿਭਾਸ਼ਾ ਕੀ ਕਹਿੰਦੇ ਆ ਸਿਰਫ ਤੇ ਸਿਰਫ ਜਿਹੜੀਆਂ ਦੁਰਲਭ ਚੀਜ਼ਾਂ ਨੇ ਉਹੀ ਅਰਥਸ਼ਾਸਤਰ ਦੇ ਵਿੱਚ ਆਉਣਗੀਆਂ। ਤਾਂ ਇਸ ਤੋਂ ਬਾਅਦ ਜਿਹੜੀ ਅਰਥਸ਼ਾਸਤਰ ਦੀ ਆਖਰੀ परिभाषा है, चौथी परिभाषा जिहड़ी है वो है अर्थशास्त्र दी विकास संबंधी परिभाषा। जिहड़ी विकास संबंधी परिभाषा है वो वैसे तो बड़े सारे अर्थशास्त्रियों ने दी है। जिवें मैं हमेशा जो भी परिभाषा लिखी पहला मैं उस अर्थशास्त्री का नाम लिखा जिन्हों ने वो परिभाषा दी है, पर इहदे विच मैं एवें नहीं कीता। क्यों नहीं कीता? क्योंकि जिहड़ी विकास संबंधी परिभाषा है वो किसी एक अर्थशास्त्री की देन नहीं हैगी, बहुत सारे अर्थशास्त्रियों ने इस परिभाषा दे विच अपना योगदान दिता है। पर उन्हां सारे अर्थशास्त्रियों दे विचों दो अर्थशास्त्री ऐसे है जिन्हां दा योगदान सब तो ज्यादा है। ते वो दो अर्थशास्त्री कौन-कौन ने? पहले हैगे ने उन्हां दा आपां नाम दिंदे हां सैमुअलसन, दूजे जिहड़े ने उन्हां दा नाम है पीटरसन। तां सैमुअलसन ते पीटरसन ये दो अजिहे ने जिन्हां ने अर्थशास्त्र दी विकास संबंधी परिभाषा दित्ती। सैमुअलसन ने 1992 ਦੇ ਵਿੱਚ ਜਿਹੜਾ ਹੈ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ ਇਸ ਵਿਕਾਸ ਸੰਬੰਧੀ ਪਰਿਭਾਸ਼ਾ ਨੂੰ ਦਿੱਤਾ। ਬਾਅਦ ਵਿੱਚ ਜਾ ਕੇ ਪੀਟਰਸਨ ਨੇ ਉਸ ਪਰਿਭਾਸ਼ਾ ਨੂੰ ਅੱਗੇ ਹੋਰ ਵਧਾਇਆ। ਇਹ ਕੀ ਕਹਿੰਦੇ ਆ? ਇਹਨਾਂ ਨੇ ਆਪਣੀ ਪਰਿਭਾਸ਼ਾ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਕੀਤੀ। ਇਹਨਾਂ ਨੇ ਆਪਣੀ ਪਰਿਭਾਸ਼ਾ ਦੇ ਵਿੱਚ ਮਾਰਸ਼ਲ ਤੇ ਰੌਬਿਨਸ ਦੋਨਾਂ ਦੀਆਂ ਪਰਿਭਾਸ਼ਾਵਾਂ ਕੀ ਕੀਤਾ? ਇਕੱਠਾ ਕਰਤਾ। यानी मार्शल दी कल्याण संबंधी परिभाषा, रॉबिन्स दी दुर्लभता संबंधी परिभाषा दोनों की किता इकट्ठा करता। इकट्ठा करके उन्होंने अपनी विकास संबंधी परिभाषा जिहड़ी है वो दी। हुण ये की कहते हैं? वो कहते हैं कि हरेक देश चाहे वो जो मर्जी है, चाहे तो अल्प विकसित है, चाहे वो विकासशील है, चाहे वो विकसित है, तीन तरह के देश हो सकते हैं। या तो अल्प विकसित देश होंगे, चाहे विकासशील देश होंगे, या कि होंगे विकसित देश होंगे। कहते हर एक देश का उद्देश्य की हुंदा है, ऑब्जेक्टिव की हुंदा है, वो अपने देश का विकास करना चाहते हैं। हुण आपां क्या कि लो जी ये तो पहले विकसित देश ने, ये होर की विकास करेंगे। पहली गल तो आपां ये याद रखनी है कि जिहड़ा विकास है वो कदे भी ना रुकन वाली एक प्रक्रिया है। विकास हमेशा होता रहता है। अगर अज की तरीक दे विच आपां ये कहने आ कि अमरीका जिहड़ा है वो एक विकसित देश है, तो अज तो 50 साल बाद उन्होंने आपां की कहांगे? जिथे अज अमेरिका खड़ा है अज तो 50
ਵਿਕਾਸ ਕਦੇ ਵੀ ਨਹੀਂ ਰੁਕਦਾ, ਉਹ ਹਮੇਸ਼ਾ ਚੱਲਦਾ ਰਹਿੰਦਾ ਹੈ। ਤਾਂ ਇਹੀ ਗੱਲ ਜਿਹੜੀ ਹੈ ਉਹ ਸੈਮੂਅਲਸਨ ਤੇ ਪੀਟਰਸਨ ਨੇ ਕਹੀ। ਉਹ ਕਹਿੰਦੇ ਆ ਭਾਵੇਂ ਕੋਈ ਮਰਜ਼ੀ ਦੇਸ਼ ਹੈ, ਉਹਨਾਂ ਦਾ ਮੇਨ ਮਕਸਦ ਜਿਹੜਾ ਹੈ ਉਹ ਆਪਣੇ ਦੇਸ਼ ਦਾ ਵਿਕਾਸ ਕਰਨਾ ਹੁੰਦਾ ਹੈ। ਹੁਣ ਜੇ ਆਪਾਂ ਆਪਣੇ ਦੇਸ਼ ਦਾ ਵਿਕਾਸ ਕਰਨਾ ਹੈ, ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ, ਤਾਂ ਕੀ ਹੋਏਗਾ? ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਰੋਬਿਨਸ ਦੀ ਪਰਿਭਾਸ਼ਾ ਪਕੜੀ। ਉਹ ਕਹਿੰਦੇ ਤੁਸੀਂ ਵਿਕਾਸ ਕਰਨਾ ਹੈ ਆਪਣੇ ਦੇਸ਼ ਦਾ, ਤਾਂ ਉਸ ਦੇਸ਼ ਦਾ ਵਿਕਾਸ ਕਰਨ ਵਾਸਤੇ ਕੀ ਹੋਏਗਾ? ਜਿਹੜੇ ਤੁਹਾਡੇ ਕੋਲ ਸਾਧਨ ਹੋਣਗੇ ਉਹ ਕੀ ਹੋਣਗੇ? ਸੀਮਿਤ ਹੋਣਗੇ। ਨੰਬਰ 2, ਤੁਹਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਦੇਸ਼ ਦੀਆਂ ਉਹ ਕੀ ਹੋਣਗੀਆਂ? ਅਸੀਮਿਤ ਹੋਣਗੀਆਂ। ਜਿਵੇਂ ਆਪਾਂ ਇੰਡੀਆ ਦੀ ਐਗਜ਼ਾਮਪਲ ਲਈਏ, ਇੰਡੀਆ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਨੇ। ਆਪਾਂ ਸੜਕਾਂ ਬਣਾਉਣੀਆਂ ਨੇ, ਫਲਾਈਓਵਰ ਬਣਾਉਣੇ ਨੇ, ਸਕੂਲ ਬਣਾਉਣੇ ਹੈ, ਹਸਪਤਾਲ ਬਣਾਉਣੇ ਹੈ, ਬਹੁਤ ਕੰਮ ਕਰਨੇ ਹੈ। ਹੁਣ ਕੀ ਹੋਊਗਾ? ਇਹਦਾ ਜਿਹੜੇ ਤੁਹਾਡੇ ਕੋਲ ਸਾਧਨ ਨੇ ਇਹਨਾਂ ਦੇ ਕੀ ਹੋਣਗੇ? ਇਹਨਾਂ ਦੇ ਵਿਕਲਪਿਕ ਪ੍ਰਯੋਗ ਹੋਣਗੇ। ਤਾਂ ਹੁਣ ਕੀ ਹੋਊਗਾ? ਹੁਣ ਤੁਹਾਡੇ ਸਾਹਮਣੇ ਕੀ ਆਏਗੀ? ਚੋਣ ਦੀ ਸਮੱਸਿਆ ਆਏਗੀ। ਹੁਣ ਆਪਾਂ ਲੱਗ ਰਿਹਾ ਹੈ ਵੀ ਇਹ ਪਰਿਭਾਸ਼ਾ ਤਾਂ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ। ਕਿੰਨੀ ਪਰਿਭਾਸ਼ਾ ਹੈ? ਰੋਬਿਨਸ ਦੀ। ਤਾਂ ਮੈਂ ਪਹਿਲਾਂ ਹੀ ਕਿਹਾ ਸੀ ਇਹਨਾਂ ਨੇ ਰੋਬਿਨਸ ਤੇ ਮਾਰਸ਼ਲ ਦੋਨਾਂ ਦੀ ਪਰਿਭਾਸ਼ਾ ਨੂੰ ਇਕੱਠਾ ਕੀਤਾ। ਹੁਣ ਇਹ ਕਹਿੰਦੇ ਆ ਕਿ ਤੁਹਾਡੇ ਸਾਹਮਣੇ ਚੋਣ ਦੀ ਸਮੱਸਿਆ ਆ ਗਈ। ਹੁਣ ਤੁਸੀਂ ਉਸ ਚੋਣ ਦੀ ਸਮੱਸਿਆ ਨੂੰ ਹੱਲ ਕਰਨਾ ਹੈ। ਕਿਵੇਂ ਕਰਨਾ ਹੈ? ਇਹ ਕਹਿੰਦੇ ਆ ਵੀ ਤੁਸੀਂ ਇਸ ਚੋਣ ਦੀ ਸਮੱਸਿਆ ਨੂੰ ਇਸ ਤਰ੍ਹਾਂ ਹੱਲ ਕਰਨਾ ਹੈ ਜਿੰਦੇ ਨਾਲ ਕੀ ਹੋ ਸਕੇ? ਤੁਹਾਡਾ ਜਿਹੜਾ ਮਨੁੱਖੀ ਕਲਿਆਣ ਹੈ ਉਹ ਕੀ ਹੋ ਸਕੇ? ਵੱਧ ਤੋਂ ਵੱਧ ਹੋ ਸਕੇ। ਮਤਲਬ ਜਿਹੜੇ ਤੁਹਾਡੇ ਕੋਲ ਘੱਟ ਸਾਧਨ ਨੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਵਰਤੋਂ ਵਿੱਚ ਲੈ ਕੇ ਆਣਾ ਹੈ ਜਿੰਦੇ ਨਾਲ ਮਨੁੱਖੀ ਕਲਿਆਣ, ਜਿੰਦੀ ਗੱਲ ਕਿਹਨੇ ਕੀਤੀ ਸੀ? ਮਾਰਸ਼ਲ ਨੇ। ਵੱਧ ਤੋਂ ਵੱਧ ਜਿਹੜਾ ਹੈ ਉਹ ਕੀਤਾ ਜਾ ਸਕੇ। ਤਾਂ ਇਹਨਾਂ ਨੇ ਕੀ ਕੀਤਾ? ਐਡਮ ਸਮਿਥ ਨੂੰ ਛੋੜਦਾ, ਮਾਰਸ਼ਲ ਤੇ ਰੋਬਿਨਸ ਦੀ ਪਰਿਭਾਸ਼ਾ ਨੂੰ ਇਕੱਠਾ ਕੀਤਾ ਤੇ ਆਪਣੀ ਇੱਕ ਵੱਖਰੀ ਪਰਿਭਾਸ਼ਾ ਜਿਹੜੀ ਹੈ ਉਹ ਦੇ ਦਿੱਤੀ। ਹੁਣ ਨਵੀਂ ਚੀਜ਼ ਜਿਹੜੀ ਇਸ ਪਰਿਭਾਸ਼ਾ ਦੇ ਵਿੱਚ ਆਈ ਉਹ ਕੀ ਚੀਜ਼ ਹੈ ਉਹ ਆਪਾਂ ਦੇਖਣ ਜਾ ਰਹੇ ਹਾਂ। ਇਹ ਕਹਿੰਦੇ ਆ ਵੀ ਮਨੁੱਖੀ ਕਲਿਆਣ ਕਿਵੇਂ ਵੱਧ ਹੋਊਗਾ? ਇਹ ਕਹਿੰਦੇ ਆ ਵੀ ਹੁਣ ਆਪਾਂ ਵਾਪਸ ਆਪਣੀ ਪਰਿਭਾਸ਼ਾ ਦੇ ਨਾਮ ਤੇ ਆ ਜਾਂਦੇ ਆ, ਵਿਕਾਸ ਸੰਬੰਧੀ ਪਰਿਭਾਸ਼ਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਹੜਾ ਵਿਕਾਸ ਹੈ ਉਹ ਕੋਈ ਥੋੜੇ ਸਮੇਂ ਵਿੱਚ ਹੋਣ ਵਾਲਾ ਨਹੀਂ ਹੈ। ਵਿਕਾਸ ਅਸੀਮਿਤ ਸਮੇਂ ਤੱਕ ਹੁੰਦਾ ਰਹਿੰਦਾ ਹੈ, ਲੰਬੇ ਟਾਈਮ ਤੱਕ ਹੁੰਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ, ਕਦੇ ਨਹੀਂ ਖਤਮ ਹੋਣ ਵਾਲਾ। ਹੁਣ ਇਹੀ ਚੀਜ਼ ਨੂੰ ਇਹਨਾਂ ਨੇ ਆਪਣੀ ਪਰਿਭਾਸ਼ਾ ਦਾ ਆਧਾਰ ਬਣਾਇਆ। ਇਹ ਕਹਿੰਦੇ ਹੈ ਕਿ ਵਿਕਾਸ ਕਿਵੇਂ ਹੋਊਗਾ? ਇਹ ਕਹਿੰਦੇ ਹੈ ਕਿ ਦੇਖੋ ਤੁਹਾਡੇ ਕੋਲ ਸਾਧਨ ਜਿਹੜੇ ਨੇ ਉਹ ਸੀਮਿਤ ਨੇ, ਪਰ ਤੁਸੀਂ ਹੁਣ ਉਹਨਾਂ ਨੂੰ ਵਰਤਣਾ ਹੈ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ। ਤਾਂ ਕਿ ਹੁਣ ਕੀ ਹੋਊਗਾ? ਤੁਹਾਡੇ ਸਾਹਮਣੇ ਚੋਣ ਦੀ ਸਮੱਸਿਆ ਹੋਗੀ। ਤੁਸੀਂ ਮਨੁੱਖੀ ਕਲਿਆਣ ਨੂੰ ਵੱਧ ਤੋਂ ਵੱਧ ਕਰਨਾ ਹੈ, ਪਰ ਮਨੁੱਖੀ ਕਲਿਆਣ ਸਿਰਫ ਅੱਜ ਦੇ ਮਨੁੱਖਾਂ ਦਾ ਨਹੀਂ। ਇਹ ਕਹਿੰਦੇ ਆ ਵੀ ਤੁਸੀਂ ਕੀ ਕਰਨਾ ਹੈ? ਜਿਹੜੇ ਤੁਹਾਡੇ ਅਸੀਮਿਤ ਸਾਧਨ ਨੇ ਇਹਨਾਂ ਸੀਮਿਤ ਸਾਧਨਾਂ ਨੂੰ ਤੁਸੀਂ ਦੋ ਹਿੱਸਿਆਂ ਦੇ ਵਿੱਚ ਵੰਡਣਾ ਹੈ। ਇੱਕ ਵੰਡਣਾ ਹੈ ਜੋ ਤੁਹਾਡੀ ਵਰਤਮਾਨ ਪੀੜ੍ਹੀ ਹੈ ਉਹਦੇ ਵਾਸਤੇ, ਇੱਕ ਜਿਹੜੀ ਤੁਹਾਡੀ ਭਵਿੱਖ ਦੀ ਪੀੜ੍ਹੀ ਹੈ ਉਹਦੇ ਵਾਸਤੇ। ਮਤਲਬ ਇਹ ਕਹਿੰਦੇ ਆ ਵੀ ਵਿਕਾਸ ਇਸ ਤਰ੍ਹਾਂ ਕਰਨਾ ਹੈ ਵੀ ਜਿੰਦੇ ਨਾਲ ਕੀ ਹੋ ਸਕੇ ਜਿਹੜੀ ਅੱਜ ਦੀ ਪੀੜ੍ਹੀ ਹੈ, ਜਿਹੜੀ ਵਰਤਮਾਨ ਪੀੜ੍ਹੀ ਹੈ ਉਹ ਵੀ ਆਪਣੀਆਂ ਜ਼ਰੂਰਤਾਂ ਜਿਹੜੀਆਂ ਹੈ ਉਹ ਪੂਰੀਆਂ ਕਰ ਸਕੇ। ਨੰਬਰ 2, ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਦੀਆਂ ਜ਼ਰੂਰਤਾਂ ਵੀ ਪੂਰੀਆਂ ਹੋ ਸਕਣ। ਤੁਹਾਡੇ ਇੱਕ ਚੈਪਟਰ ਆਏਗਾ ਜਿਹਨੂੰ ਆਪਾਂ ਨਾਮ ਦਿੰਦੇ ਆ ਧਾਰਨੀ ਵਿਕਾਸ। ਇਹਨੂੰ ਆਪਾਂ ਇੱਕ ਹੋਰ ਨਾਮ ਵੀ ਦਿੰਦੇ ਹਾਂ, ਉਹਨੂੰ ਆਪਾਂ ਕਹਿੰਦੇ ਆ ਟਿਕਾਊ ਵਿਕਾਸ। ਤਾਂ ਜਿਹੜਾ ਇਹ ਚੈਪਟਰ ਹੈ ਧਾਰਨੀ ਵਿਕਾਸ ਤੇ ਟਿਕਾਊ ਵਿਕਾਸ, ਇਹ ਜਿਹੜਾ ਚੈਪਟਰ ਹੈ ਇਹ ਇਹਨਾਂ ਦੀ ਪਰਿਭਾਸ਼ਾ ਦੇ ਆਧਾਰ ਤੇ ਹੀ ਬਣਾਇਆ ਗਿਆ। ਉਹ ਕਹਿੰਦੇ ਵੀ ਜਿਹੜਾ ਵਿਕਾਸ ਹੋਣਾ ਚਾਹੀਦਾ ਹੈ ਉਹ ਟਿਕਾਊ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਵੀ ਅੱਜ ਦੀ ਅਗਰ ਆਪਾਂ ਐਗਜ਼ਾਮਪਲ ਲਈਏ, ਹੁਣ ਅੱਜ ਦੀ ਪੀੜ੍ਹੀ ਕੀ ਕਰ ਰਹੀ ਹੈ? ਅੱਜ ਦੀ ਪੀੜ੍ਹੀ ਜਿਹੜੀ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਆਪਣੇ ਕੋਲ ਜਿੰਨੇ ਵੀ ਸਾਧਨ ਨੇ ਆਪਾਂ ਉਹਨਾਂ ਸਾਧਨਾਂ ਦੇ ਨਾਲ ਕੀ ਕਰ ਰਹੇ ਹਾਂ? ਆਪਾਂ ਉਹ ਸਾਰੇ ਸਾਧਨਾਂ ਨੂੰ ਅੱਜ ਹੀ ਵਰਤੀ ਜਾਂਦੇ ਪਏ ਹੈਗੇ ਆ। ਸੋਚਣ ਦੀ ਗੱਲ ਹੈ ਕਿ ਆਪਾਂ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਕੀ ਛੱਡਿਆ? ਆਪਾਂ ਸਾਰੇ ਪੇੜ ਪੌਦੇ ਕੱਟੀ ਜਾ ਰਹੇ ਹਾਂ, ਜਿਹੜਾ ਵਾਤਾਵਰਣ ਹੈ ਉਹਨੂੰ ਆਪਾਂ ਖਰਾਬ ਕੀਤੀ ਜਾ ਰਹੇ ਹਾਂ, ਪਾਣੀ ਆਪਾਂ ਖਰਾਬ ਕਰ ਚੁੱਕੇ ਹਾਂ, ਹਵਾ ਆਪਾਂ ਖਰਾਬ ਕਰ ਚੁੱਕੇ ਹਾਂ। ਆਪਾਂ ਕੀ ਕੀਤਾ? ਆਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ
बाकी छड्या कुछ भी नहीं। ਤਾਂ ਇਹ परिभाषा यही गल करती है, वो कहते हैं जेड़ा विकास करना है वो सिर्फ वर्तमान पीढ़ी ने अपना विकास नहीं करना, मतलब आदियां जरूरतां नहीं सारियां पूरियां कर लेनियां, जिन्ने भी साधन ने वो घट ने, वो सारे दे सारे साधन जेड़े ने वो सिर्फ आदे वास्ते नहीं वरत लेने, की करना है उन्हां नूं आने वाली पीढ़ी वास्ते भी छड्डना है। ਤਾਂ ਉਹਨੂੰ ਆਪਾਂ ਕੀ ਕਹਾਂਗੇ, ਟਿਕਾਊ ਵਿਕਾਸ ਜਾਂ ਧਾਰਨੀ ਵਿਕਾਸ। टिकाऊ ਜਾਂ ਧਾਰਨੀ ਵਿਕਾਸ ਕੀ ਕਹਿੰਦਾ ਹੈ, ਉਹ ਇਹ ਕਹਿੰਦਾ ਹੈ ਕਿ ਅਗਰ ਤੁਹਾਡੀ ਪਿਛਲੀ ਪੀੜ੍ਹੀ, ਯਾਨੀ ਕਿ ਅਗਰ ਮੈਂ ਆਦੇ ਪਾਪਾ ਦੀ ਗੱਲ ਕਰਾਂ, ਅਗਰ ਤੁਹਾਡੀ ਪਿਛਲੀ ਪੀੜ੍ਹੀ ਜਿਹੜੀ ਹੈ ਅਗਰ ਤੁਹਾਨੂੰ 100 ਪੇੜ ਦੇ ਕੇ ਗਈ ਹੈ, 100 ਟਰੀਜ਼ ਦੇ ਕੇ ਗਈ ਹੈ, ਅਗਰ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ 110 ਪੇੜ ਨਹੀਂ ਦੇ ਸਕਦੇ ਤਾਂ ਘੱਟ ਤੋਂ ਘੱਟ 90 ਵੀ ਨਾ ਕਰਕੇ ਦਿਓ। मतलब कहना की है कि जिस हालात दे विच तुहाडी पिछली पीढ़ी ने तुहानू वातावरण दिता है, अगर तुसी अपनी अगली पीढ़ी नू उसको वातावरण चंगा करके नहीं दे सकते तो माड़ा करके भी ना दियो, मतलब आदियां जरूरतां पूरियां करो, जेड़े साधन ने उन्हां नू आदियां जरूरतां नू पूरा करने वास्ते वरतो, पर आदियां जरूरतां पूरियां करने वास्ते आने वाली पीढ़ी दीयां जरूरतां ਜਿਹੜੀਆਂ ਨੇ ਉਹਨਾਂ ਨੂੰ ਖਰਾਬ ਨਹੀਂ ਕਰਨਾ, ਤਾਂ ਹੀ ਜਿਹੜਾ ਮਨੁੱਖੀ ਕਲਿਆਣ ਹੈ ਉਹ ਕੀ ਹੋਊਗਾ, ਉਹ ਵੱਧ ਤੋਂ ਵੱਧ ਹੋ ਸਕੇਗਾ। ਕਹਿੰਦਾ ਮਤਲਬ ਕੀ ਹੈ, ਹੁਣ ਉਹ ਕਹਿੰਦੇ ਵਿਕਾਸ ਜਿਹੜਾ ਹੈ ਉਹ ਇੱਕ ਲੰਬੇ ਸਮੇਂ ਦੀ ਪ੍ਰਕਿਰਿਆ ਹੈ। ਉਸ ਲੰਬੇ ਸਮੇਂ ਦੇ ਵਿੱਚ ਕੀ ਕਰਨਾ ਹੈ, ਜਿਹੜੀ ਵਰਤਮਾਨ ਪੀੜ੍ਹੀ ਹੈ, ਜਿਹੜੇ ਸੀਮਿਤ ਸਾਧਨ ਨੇ ਆਦੀਆਂ ਅਸੀਮਿਤ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਜਿਨ੍ਹਾਂ ਦੇ ਵਿਕਲਪਿਕ ਪ੍ਰਯੋਗ ਨੇ ਉਹਨਾਂ ਨੂੰ ਵਰਤੇਗੀ, ਪਰ ਉਹਨੂੰ ਵਰਤਣ ਦੇ ਟਾਈਮ ਤੇ ਕੀ ਕਰੇਗੀ, ਜਿਹੜੀ ਭਵਿੱਖ ਦੀ ਪੀੜ੍ਹੀ ਹੈ ਉਹਦੀਆਂ ਜ਼ਰੂਰਤਾਂ ਨੂੰ ਵੀ ਧਿਆਨ ਦੇ ਵਿੱਚ ਰੱਖੇਗੀ। ਇਹ ਹੈ ਅਰਥ ਸ਼ਾਸਤਰ ਦੀ ਵਿਕਾਸ ਸੰਬੰਧੀ ਪਰਿਭਾਸ਼ਾ। ਹੁਣ ਆਪਾਂ ਥੋੜਾ ਜਿਹਾ ਇਸ ਚੀਜ਼ ਨੂੰ ਰਿਵਾਈਜ਼ ਕਰ ਲੈਂਦੇ ਆ ਕਿ ਆਪਾਂ ਅਰਥ ਸ਼ਾਸਤਰ ਦੀ ਪਰਿਭਾਸ਼ਾ ਦੇ ਵਿੱਚ ਕਿਹੜੀ ਪਰਿਭਾਸ਼ਾ ਕੀਤੀ। ਸਭ ਤੋਂ ਪਹਿਲੀ ਜਿਹੜੀ ਕੀਤੀ ਉਹ ਆਪਾਂ ਕੀਤੀ ਹਿੰਦੀ ਐਡਮ ਸਮਿਥ ਦੀ ਪਰਿਭਾਸ਼ਾ, ਸਾਲ ਜਿਹੜਾ ਸੀ 1776, ਜਿਹੜੀ ਕਿਤਾਬ ਸੀ ਉਹਦਾ ਨਾਮ ਕੀ ਸੀ, ਐਨ ਇੰਕੁਆਇਰੀ ਇਨਟੂ the nature and causes of wealth of nations। ਇਹ ਉਹਨਾਂ ਦੀ ਕਿਤਾਬ ਦਾ ਨਾਮ ਸੀ। ਜਿਹੜੀ ਪਰਿਭਾਸ਼ਾ ਦਿੱਤੀ ਗਈ ਉਹ ਕਿਹੜੀ ਸੀ, ਉਹ ਸੀ ਉਹਨਾਂ ਦੀ ਧਨ ਸੰਬੰਧੀ ਪਰਿਭਾਸ਼ਾ, ਜਿਹਦੀ ਆਪਾਂ ਆਲੋਚਨਾ ਕੀਤੀ। ਨੰਬਰ 2 ਤੇ ਜਿਹੜੀ ਪਰਿਭਾਸ਼ਾ ਆਈ ਉਹ ਆਈ ਐਲਫਰਡ ਮਾਰਸ਼ਲ ਦੀ ਪਰਿਭਾਸ਼ਾ, ਸਾਲ ਕਿਹੜਾ ਸੀ 1890, ਕਿਤਾਬ ਦਾ ਕੀ ਨਾਮ ਸੀ, ਪ੍ਰਿੰਸੀਪਲਸ ਆਫ ਇਕਨੋਮਿਕਸ। ਜਿਹੜੀ ਪਰਿਭਾਸ਼ਾ ਦਿੱਤੀ ਗਈ ਉਹ ਕਿਹੜੀ ਸੀ, ਉਹ ਸੀ ਭੌਤਿਕ ਕਲਿਆਣ ਸੰਬੰਧੀ परिभाषा। ਹੁਣ ਆਮ ਤੌਰ ਤੇ ਯਾਦ ਰੱਖਣਾ ਹੈ, ਬੱਚੇ ਕੀ ਕਰਦੇ ਨੇ, ਕਲਿਆਣ ਸੰਬੰਧੀ ਪਰਿਭਾਸ਼ਾ ਲਿਖ ਦਿੰਦੇ ਆ, ਉਹਨਾਂ ਦਾ ਕੀ ਹੋਊਗਾ, ਇਹਦਾ मीनिंग ਹੀ ਗਲਤ ਹੋ ਜਾਏਗਾ। ਤਾਂ ਕਿਉਂਕਿ ਆਪਾਂ ਆਲਰੇਡੀ ਪੜਿਆ ਕਿ ਐਲਫਰਡ ਮਾਰਸ਼ਲ ਕਹਿੰਦੇ ਆ ਕਿ ਜੋ ਕਲਿਆਣ ਮਿਲੇਗਾ ਉਹ ਕਿੱਥੋਂ ਮਿਲੇਗਾ, ਜਿਹੜੀਆਂ ਭੌਤਿਕ ਵਸਤੂਆਂ ਨੇ ਉੱਥੋਂ ਮਿਲਣਾ ਹੈ, ਜਿਹੜੀਆਂ ਅਭੌਤਿਕ ਵਸਤੂਆਂ ਨੇ ਉਹਨਾਂ ਤੋਂ ਕਲਿਆਣ ਨਹੀਂ ਮਿਲਣਾ। ਤਾਂ ਇਸ ਕਰਕੇ ਆਪਾਂ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਹੀ ਲਿਖਾਂਗੇ। तीसरी परिभाषा ਜਿਹੜੀ ਹੈ ਉਹ ਸੀ ਆਪਣੇ ਕੋਲ ਲਾਰਡ ਰੌਬਿਨਸ ਦੀ, ਸਾਲ ਜਿਹੜਾ ਸੀ 1932, ਕਿਤਾਬ ਦਾ ਕੀ ਨਾਮ ਸੀ, ਐਨ ਐਸੇ ਔਨ ਦ ਨੇਚਰ ਐਂਡ ਸਿਗਨੀਫੀਕੈਂਸ ਆਫ ਇਕਨੋਮਿਕ ਸਾਇੰਸ। ਜਿਹੜੀ ਪਰਿਭਾਸ਼ਾ ਦਿੱਤੀ ਗਈ ਉਹ ਕਿਹੜੀ ਸੀ, ਉਹ ਸੀ ਦੁਰਲਭਤਾ ਸੰਬੰਧੀ ਪਰਿਭਾਸ਼ਾ। ਚੌਥੀ ਜਿਹੜੀ ਪਰਿਭਾਸ਼ਾ ਆਈ ਉਹ ਕਿਹਦੀ ਸੀ, ਉਹ ਦਿੱਤੀ ਸੀ ਸੈਮੁਅਲਸਨ ਐਂਡ ਪੀਟਰਸਨ। ਜਿਹੜੀ ਸਨ ਸੀ ਉਹ ਕਿਹੜਾ ਸੀ 1992। ਤਾਂ ਜਿਹੜੀ ਪਰਿਭਾਸ਼ਾ ਸੀ ਉਹ ਕਿਹੜੀ ਸੀ, विकास संबंधी परिभाषा।
ਹੁਣ ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਮੈਂ ਸੈਮੂਅਲਸਨ ਤੇ ਪੀਟਰਸਨ ਦੇ ਸਾਹਮਣੇ ਉਹਨਾਂ ਦੀ ਕਿਤਾਬ ਦਾ ਨਾਮ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ? ਕਿਉਂਕਿ ਜਿਹੜੀ ਇਹ ਪਰਿਭਾਸ਼ਾ ਹੈ ਇਹ ਸੈਮੂਅਲਸਨ ਨੇ ਕਿਸੇ ਕਿਤਾਬ ਦੇ ਵਿੱਚ ਲਿਖ ਦਿੱਤੀ ਸੀ 1992 ਦੇ ਵਿੱਚ। ਉਹਨਾਂ ਦਾ ਇੱਕ ਆਰਟੀਕਲ ਛਪਿਆ ਸੀ। ਉਸ ਆਰਟੀਕਲ ਦੇ ਵਿੱਚ ਉਹਨਾਂ ਨੇ ਆਪਣੀ ਵਿਕਾਸ ਸੰਬੰਧੀ ਪਰਿਭਾਸ਼ਾ ਜਿਹੜੀ ਹੈ ਉਹ ਦਿੱਤੀ ਸੀ। ਤਾਂ ਹਾਲੇ ਤੱਕ ਅਰਥ ਸ਼ਾਸਤਰ ਦੀਆਂ ਇਹ 4 ਪਰਿਭਾਸ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੀ ਇਹ ਲਾਸਟ ਵਾਲੀ ਪਰਿਭਾਸ਼ਾ ਆਪਾਂ ਕੀਤੀ ਇਹਦੇ ਵਿੱਚ ਕੋਈ ਕਮੀ ਨਹੀਂ ਹੈਗੀ, ਇਹਦੀ ਕੋਈ ਆਲੋਚਨਾ ਨਹੀਂ ਕਰ ਸਕਦੇ, ਇਹਦੀਆਂ ਵੀ ਆਲੋਚਨਾਵਾਂ ਹੋ ਸਕਦੀਆਂ ਨੇ, ਪਰ ਹਾਲੇ ਤੱਕ ਆਪਾਂ ਇਹਦੀ ਆਲੋਚਨਾ ਜਿਹੜੀ ਹੈ ਉਹ ਨਹੀਂ ਕੀਤੀ ਕਿਉਂਕਿ ਇਹ ਲਾਸਟ ਪਰਿਭਾਸ਼ਾ ਹੈ ਆਪਣੇ ਕੋਲ। ਅਗਰ ਤੁਹਾਨੂੰ ਇਸ ਤੋਂ ਵਧੀਆ ਪਰਿਭਾਸ਼ਾ ਆਏਗੀ ਤਾਂ ਆਪਾਂ ਉਹਨੂੰ ਵੀ ਇਹਦੇ ਵਿੱਚ ਜਿਹੜਾ ਹੈ ਉਹ ਸ਼ਾਮਿਲ ਕਰਾਂਗੇ। ਇਹ ਕਿਉਂ ਹੁੰਦਾ ਹੈ? ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਅਰਥ ਸ਼ਾਸਤਰ ਦੀ ਕੋਈ ਇੱਕ ਪਰਿਭਾਸ਼ਾ ਦਿੱਤੀ ਹੀ ਨਹੀਂ ਜਾ ਸਕਦੀ। ਕਿਉਂ? ਦੇਖੋ, ਇੱਕ ਪਰਿਭਾਸ਼ਾ ਕਿਹੜੇ ਸਬਜੈਕਟ ਦੀ ਹੋ ਸਕਦੀ ਹੈ? ਇੱਕ ਅਜਿਹਾ ਸਬਜੈਕਟ ਜਿਸਦਾ ਜਿਹੜਾ ਖੇਤਰ ਹੈ ਉਹ ਪੱਕਾ ਹੈ, ਨਿਸ਼ਚਿਤ ਹੈ, ਫਿਕਸ ਹੈ, ਵੀ ਵਿਸ਼ਾ ਜਿਹੜਾ ਇੱਥੋਂ ਲੈ ਕੇ ਇੱਥੇ ਤੱਕ ਚੱਲਦਾ ਤਾਂ ਇਹਦੀਆਂ ਗੱਲਾਂ ਨੂੰ ਜਿਹੜਾ ਹੈ ਇਹ ਸ਼ਾਮਿਲ ਕਰਦਾ, ਤਾਂ ਆਪਾਂ ਇਹਦੀ ਪਰਿਭਾਸ਼ਾ ਜਿਹੜੀ ਹੈ ਉਹ ਦੇ ਸਕਦੇ ਹਾਂ। ਪਰ ਅਰਥ ਸ਼ਾਸਤਰ ਇੱਕ ਅਜਿਹਾ ਵਿਸ਼ਾ ਹੈ ਜਿਸਦਾ ਕੋਈ ਖੇਤਰ ਹੀ ਨਹੀਂ ਫਿਕਸ ਹੈਗਾ। ਇੱਕ ਅਜਿਹਾ ਵਿਸ਼ਾ ਹੈ ਜਿਹਦਾ ਖੇਤਰ ਦਿਨ ਬ ਦਿਨ ਜਿਹੜਾ ਉਹ ਵੱਧ ਰਿਹਾ ਹੈ, ਰੋਜ਼ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਸ਼ਾਮਿਲ ਹੋ ਰਹੀਆਂ ਨੇ। ਤਾਂ ਕੀ ਹੋਊਗਾ? ਜੇ ਕੱਲ ਨੂੰ ਕੋਈ ਹੋਰ ਨਵੀਂ ਚੀਜ਼ ਵਿੱਚ ਸ਼ਾਮਿਲ ਹੋਗੀ ਤਾਂ ਫਿਰ ਇਹ ਪਰਿਭਾਸ਼ਾ ਵੀ ਜਿਹੜੀ ਹੈ ਉਹ ਗਲਤ ਹੋ ਜਾਏਗੀ। ਆਪਾਂ ਇਸ ਪਰਿਭਾਸ਼ਾ ਦੀ ਵੀ ਆਲੋਚਨਾ ਕਰਾਂਗੇ। ਇਸ ਕਰਕੇ ਹੀ ਇੱਕ ਅਰਥ ਸ਼ਾਸਤਰੀ ਨੇ ਬੜੀ ਵਧੀਆ ਗੱਲ ਕਹੀ ਹੈ। ਉਹ ਕਹਿੰਦੇ ਨੇ ਜਿੱਥੇ 6 ਅਰਥ ਸ਼ਾਸਤਰੀ ਇਕੱਠੇ ਹੋ ਜਾਂਦੇ ਆ ਉੱਥੇ ਅਰਥ ਸ਼ਾਸਤਰ ਦੀਆਂ 7 ਪਰਿਭਾਸ਼ਾਵਾਂ ਸਾਹਮਣੇ ਆਉਂਦੀਆਂ। ਕਹਿਣ ਦਾ ਮਤਲਬ ਕੀ ਹੈ ਵੀ ਜਿਹੜੇ 6 ਅਰਥ ਸ਼ਾਸਤਰੀ ਨੇ 6 ਦੇ 6 ਬੰਦੇ ਆਪਣੀ ਵੱਖਰੀ ਗੱਲ ਕਰਨਗੇ, ਪਰ ਕੀ ਹੋਏਗਾ? 6 ਬੰਦੇ 6 ਪਰਿਭਾਸ਼ਾਵਾਂ ਦਿੱਤੀਆਂ ਪਰ ਆਣਗੇ ਕਿੰਨੀਆਂ? 7 ਆਣਗੀਆਂ। ਮਤਲਬ ਕੋਈ ਵੀ ਅਰਥ ਸ਼ਾਸਤਰੀ ਜਿਹੜੇ ਨੇ ਉਹ ਅਰਥ ਸ਼ਾਸਤਰ ਦੀ ਕਿਸੇ ਇੱਕ ਪਰਿਭਾਸ਼ਾ ਤੇ ਆ ਕੇ ਇੱਕ ਮਤ ਹੋ ਹੀ ਨਹੀਂ ਸਕਦੇ। ਕਿਉਂ ਨਹੀਂ ਹੋ ਸਕਦੇ? ਕਿਉਂਕਿ ਖੇਤਰ ਐਡਾ ਵੱਡਾ ਹੈ ਕਿ ਆਪਾਂ ਇੱਕ ਪਰਿਭਾਸ਼ਾ ਦੇ ਵਿੱਚ ਅਰਥ ਸ਼ਾਸਤਰ ਨਾਲ ਸੰਬੰਧਿਤ ਸਾਰੇ ਦੇ ਸਾਰੇ ਖੇਤਰ ਨੂੰ ਆਪਾਂ ਸ਼ਾਮਿਲ ਹੀ ਨਹੀਂ ਕਰ ਸਕਦੇ। ਇਸ ਕਰਕੇ ਇਹ ਆਪਾਂ ਨੂੰ ਸਾਰੀਆਂ ਪਰਿਭਾਸ਼ਾਵਾਂ ਜਿਹੜੀਆਂ ਨੇ ਉਹ ਅਰਥ ਸ਼ਾਸਤਰ ਦੀਆਂ ਵੇਖਣ ਨੂੰ ਮਿਲਦੀਆਂ ਨੇ। ਤਾਂ ਉਮੀਦ ਹੈ ਤੁਹਾਨੂੰ ਇਹ ਲੈਕਚਰ ਜਿਹੜਾ ਹੈ ਉਹ ਸਮਝ ਆ ਗਿਆ ਹੋਵੇਗਾ। 4 ਪਰਿਭਾਸ਼ਾਵਾਂ ਜਿਹੜੀਆਂ ਨੇ ਇਹ ਜ਼ਰੂਰ ਯਾਦ ਕਰ ਲੈਣਾ। ਇਹ ਪਰਿਭਾਸ਼ਾਵਾਂ ਜਿਹੜੀਆਂ ਨੇ ਤੁਹਾਨੂੰ ਪੇਪਰ ਦੇ ਵਿੱਚ 1 ਨੰਬਰ 'ਚ ਵੀ ਪ੍ਰਸ਼ਨ ਆ ਸਕਦੇ ਨੇ। ਮੈਂ ਉਹ ਤੁਹਾਨੂੰ ਆਲਰੇਡੀ ਕਰਾਤੇ। ਸਾਲ ਪੁੱਛਿਆ ਜਾ ਸਕਦਾ ਹੈ, ਜਿਹੜੀ ਕਿਤਾਬ ਦਾ ਨਾਮ ਹੈ ਉਹ ਪੁੱਛਿਆ ਜਾ ਸਕਦਾ ਹੈ, ਤੇ ਉਹਨਾਂ ਨੇ ਕਿਹੜੀ ਪਰਿਭਾਸ਼ਾ ਦਿੱਤੀ, ਮਤਲਬ ਧਨ ਸੰਬੰਧੀ ਦਿੱਤੀ, ਭੌਤਿਕ ਕਲਿਆਣ ਸੰਬੰਧੀ ਦਿੱਤੀ, ਦੁਰਲਭਤਾ ਸੰਬੰਧੀ ਦਿੱਤੀ, ਵਿਕਾਸ ਸੰਬੰਧੀ ਦਿੱਤੀ, ਇਹ ਵੀ ਪੁੱਛਿਆ ਜਾ ਸਕਦਾ ਹੈ। ਪਰ ਇਹ ਜਿਹੜਾ ਪ੍ਰਸ਼ਨ ਹੈ ਉਹ 2 ਨੰਬਰ 'ਚ ਵੀ ਆ ਸਕਦਾ ਹੈ ਤੇ ਵੱਡੇ 3 ਜਾਂ 4 ਨੰਬਰ ਦੇ ਵਿੱਚ ਜਿਹੜਾ ਇਹ ਪ੍ਰਸ਼ਨ ਵੀ ਆ ਸਕਦਾ ਹੈ। ਤਾਂ ਹਰੇਕ ਪੱਖ ਨਾਲ ਤੁਸੀਂ ਇਹ ਪ੍ਰਸ਼ਨ ਜਿਹੜਾ ਹੈ ਉਹਨੂੰ ਯਾਦ ਕਰਨਾ ਹੈ। ਅਗਰ ਕੋਈ ਡਾਊਟ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪਾ ਸਕਦੇ ਹੋ। ਇਹਦੇ ਅਸਾਈਨਮੈਂਟ ਜਿਹੜੀਆਂ ਨੇ ਉਹ ਤੁਹਾਨੂੰ ਸਾਡੀ ਮੋਬਾਈਲ ਐਪ ਤੇ ਜ਼ਰੂਰ ਮਿਲ ਜਾਣਗੀਆਂ। ਮੋਬਾਈਲ ਐਪ ਦਾ ਨਾਮ ਯਾਦ ਕਰ ਲੈਣਾ ਹੈ ਇਕੋਨੋਮਿਕਾ। ਆਪਣੇ ਚੈਨਲ ਦਾ ਨਾਮ ਵੀ ਇਕੋਨੋਮਿਕਾ ਹੈ। ਤਾਂ ਮੋਬਾਈਲ ਐਪ ਜ਼ਰੂਰ ਡਾਊਨਲੋਡ ਕਰੋ ਜਿਹਦੇ ਤੇ ਸਾਰਾ ਸਟੱਡੀ ਮਟੀਰੀਅਲ ਜਿਹੜਾ ਹੈ ਉਹ ਤੁਹਾਨੂੰ ਅਵੇਲੇਬਲ ਕਰਾਇਆ ਜਾਏਗਾ। ਉਮੀਦ ਹੈ ਤੁਹਾਨੂੰ ਲੈਕਚਰ ਅੱਛਾ ਲੱਗਿਆ ਹੋਵੇਗਾ। ਤਾਂ ਚੈਨਲ ਜਿਹੜਾ ਹੈ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਸਬਸਕ੍ਰਾਈਬ ਕਰਨ ਨਾਲ ਕੀ ਹੋਊਗਾ, ਜਿਵੇਂ ਹੀ ਅਸੀਂ ਕੋਈ ਨਵਾਂ ਵੀਡੀਓ ਉਹਦੇ ਵਿੱਚ ਪਾਵਾਂਗੇ ਤੁਹਾਨੂੰ ਨੋਟੀਫਿਕੇਸ਼ਨਸ ਆ ਜਾਣਗੀਆਂ। ਤੁਸੀਂ ਆਪਣੇ ਘਰ ਬੈਠੇ ਆਪਣਾ ਲੈਕਚਰ ਜਿਹੜਾ ਹੈ